ਸਾਡੇ ਸਾਹਮਣੇ ਆ ਜੇ ਕਾਰਵਾਈ 'ਚ ਅਸੀਂ ਸੰਤੁਸ਼ਟ ਹੁੰਦੇ ਜਾਂ ਸੰਗਤ ਨੂੰ ਇਨਸਾਫ ਮਿਲਿਆ ਹੁੰਦਾ, ਜੋ ਜੋ ਘਟਨਾਵਾਂ ਹੋਈਆਂ ਉਹਨਾਂ ਦਾ ਦੋਸ਼ੀਆਂ ਨੂੰ ਫੜ ਕੇ ਉਹਨਾਂ ਨੂੰ ਸਜ਼ਾ ਦਿੱਤੀ ਹੁੰਦੀ ਤਾਂ ਫਿਰ ਇੰਨਾ ਆਓ ਭਾਰ ਹੁਣ ਨਹੀਂ ਹੋਣਾ ਸੀ। ਉਸ ਵੇਲੇ ਜਿਹੜੇ ਵਰਤਾਰੇ ਵਾਪਰੇ ਸੀ, ਜਿਸ ਤਰ੍ਹਾਂ ਨਰਾਦਰ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ, ਸਾਡੇ ਫਿਰ ਇਸ ਤੋਂ ਬਾਅਦ ਸਾਡੇ ਪੱਲੇ ਕੀ ਰਹਿ ਜਾਂਦਾ? ਕੁਝ ਵੀ ਨਹੀਂ ਰਹਿ ਜਾਂਦਾ। ਸਾਡੇ ਇਸ਼ਟ ਦੀ ਗੱਲ ਆ ਤੇ ਸਾਡੇ ਇਸ਼ਟ ਤੇ ਜਦੋਂ ਕੋਈ ਸਵਾਲ ਜਾਂ ਨਰਾਦਰ ਕਰਨਗੇ ਤੇ ਉਸ ਤੋਂ ਬਾਅਦ ਇਨਸਾਫ ਨਹੀਂ ਮਿਲਣਗੇ, ਦੋਸ਼ੀਆਂ ਨੂੰ ਸਜ਼ਾ ਨਹੀਂ ਹੋਊਗੀ। ਜਦੋਂ ਤੱਕ ਉਹਨਾਂ ਨੂੰ ਸਜ਼ਾ ਨਹੀਂ ਹੋਊਗੀ, ਇਸ ਗੱਲ ਦੀ ਤੁਸੀਂ ਵੇਖੋ ਆਪਾਂ ਜੁੜਦੇ ਹੀ ਰਹਾਂਗੇ, ਆਵਾਜ਼ ਵੀ ਬੁਲੰਦ ਕਰਦੇ ਰਹਾਂਗੇ। ਜੇ ਅਸੀਂ ਆਪਦੇ ਇਸ਼ਟ ਦਾ ਵੀ ਹੁਣ ਅਸੀਂ ਰਾਖੀ ਨਹੀਂ ਕਰ ਸਕਦੇ ਜਾਂ ਆਪਦੇ ਇਸ਼ਟ ਲਈ ਅਸੀਂ ਆਪਦੀ ਆਵਾਜ਼ ਨਹੀਂ ਬੁਲੰਦ ਕਰ ਸਕਦੇ ਹਨਾ, ਫਿਰ ਤਾਂ ਮੈਨੂੰ ਲੱਗਦਾ ਸਾਨੂੰ ਆਪਦੇ ਆਪ ਤੇ ਸਵਾਲ ਚੱਕਣੇ ਪੈਣੇ ਆ। ਅਸੀਂ ਦੇਖਿਆ 84 'ਚ ਕੀ ਕੁਛ ਵਾਪਰਿਆ, ਫਿਰ ਸਿੱਖ ਜੈਨੋਸਾਈਡ ਹੋਈ, ਸਾਨੂੰ ਕਦੇ ਇਨਸਾਫ ਨਹੀਂ ਦਿੱਤਾ, ਕਿਸੇ ਨੈਸ਼ਨਲ ਪਾਰਟੀ ਨੇ ਨਹੀਂ ਦਿੱਤਾ। ਉਹਦਾ ਕੂਣੀ ਤੇ ਗੁੜ ਲਾ ਦਿੰਦੇ ਆ। ਸਾਡੇ ਸਿੱਖ ਪ੍ਰਚਾਰਕ ਆ ਭਾਈ ਰਣਜੀਤ ਸਿੰਘ ਹਨਾ, ਉਹਨਾਂ ਨੇ ਜਿਸ ਤਰ੍ਹਾਂ ਦਾ ਗਿਆਨ ਨੂੰ ਲੈ ਕੇ ਤੇ ਗੁਰੂ ਨੂੰ ਲੈ ਕੇ ਤੇ ਸਿਰਫ ਇਹ ਕਹਿ ਲਓ ਵੀ ਗ੍ਰੰਥ ਨੂੰ ਇੱਕ ਜ਼ਰੀਏ ਦੇ ਤੌਰ ਤੇ ਬਿਆਨ ਦਿੱਤਾ, ਉਹਨੇ ਕਦੇ ਦਿਲ ਦੁਖਾ ਸਕਦੀ ਆ ਉਹ ਗੱਲ। ਉਹ ਤੇ ਬਹੁਤ ਸਾਡੇ ਲੋਕਾਂ ਦੇ ਦਿਲ ਦੁਖਾਏ ਆ। ਨਹੀਂ, ਹੁਣ ਤੱਕ ਦੀ ਕਾਰਵਾਈ ਸਾਡੇ ਸਾਹਮਣੇ ਆ। ਜੇ ਕਾਰਵਾਈ 'ਚ ਅਸੀਂ ਸੰਤੁਸ਼ਟ ਹੁੰਦੇ ਜਾਂ ਸੰਗਤ ਨੂੰ ਇਨਸਾਫ ਮਿਲਿਆ ਹੁੰਦਾ, ਜੋ ਜੋ ਘਟਨਾਵਾਂ ਹੋਈਆਂ ਉਹਨਾਂ ਦਾ ਦੋਸ਼ੀਆਂ ਨੂੰ ਫੜ ਕੇ ਉਹਨਾਂ ਨੂੰ ਸਜ਼ਾ ਦਿੱਤੀ ਹੁੰਦੀ ਤਾਂ ਫਿਰ ਇੰਨਾ ਆਓ ਭਾਰ ਹੁਣ ਨਹੀਂ ਹੋਣਾ ਸੀ। ਆਪਾਂ ਹਜੇ ਤੱਕ ਇਸ ਗੱਲ ਤੇ ਇਕੱਠੇ ਹੁੰਨੇ ਆ, ਆਵਾਜ਼ ਚੱਕਦੇ ਆ, ਉਹ ਇਸੇ ਖਾਤਰ ਵੀ ਇਹ ਜਿਹੜੀਆਂ ਉਸ ਵੇਲੇ ਜਿਹੜੇ ਵਰਤਾਰੇ ਵਾਪਰੇ ਸੀ, ਜਿਸ ਤਰ੍ਹਾਂ ਨਰਾਦਰ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ, ਸਾਡੇ ਫਿਰ ਇਸ ਤੋਂ ਬਾਅਦ ਸਾਡੇ ਪੱਲੇ ਕੀ ਰਹਿ ਜਾਂਦਾ? ਕੁਝ ਵੀ ਨਹੀਂ ਰਹਿ ਜਾਂਦਾ। ਨਹੀਂ, ਕਰਨਾ ਤਾਂ ਇਹੀ ਚਾਹੀਦਾ ਜੀ। ਜਿੱਥੇ ਵੀ ਕੋਈ ਜ਼ਬਰ ਤੇ ਜ਼ੁਲਮ ਹੋਵੇ, ਜਿੱਥੇ ਕਿਸੇ ਤਰ੍ਹਾਂ ਦਾ ਧੱਕਾ ਹੋਵੇ, ਜਿੱਥੇ ਸਾਡੇ ਇਸ਼ਟ ਦਾ ਨਰਾਦਰ ਹੋਵੇ, ਉੱਥੇ ਕਰਨਾ ਕੀ ਚਾਹੀਦਾ? ਸਾਨੂੰ ਤਾਂ ਇਕੱਠੇ ਹੋ ਕੇ ਆਵਾਜ਼ ਹੀ ਬੁਲੰਦ ਕਰਨੀ ਚਾਹੀਦੀ ਹੈ ਨਾ। ਇਨਸਾਫ ਸਾਨੂੰ ਮੰਗ ਕਰਨੀ ਚਾਹੀਦੀ ਹੈ ਜਾਂ ਇਨਸਾਫ ਲੈਣਾ ਚਾਹੀਦਾ। ਹਾਂਜੀ, ਨਹੀਂ ਦੇਖੋ, ਲੜਾਈ ਲੜਨ ਦੀ ਤਾਂ ਜਿੱਥੇ ਕਿਤੇ ਧੱਕਾ ਹੋਊਗਾ, ਜਿੱਥੇ ਕਿਤੇ ਹੁਣ ਜੇ ਇੱਕ ਗੱਲ ਕਰੀਏ, ਤੁਸੀਂ ਪਿੰਡਾਂ 'ਚ ਬੈਠੇ ਸਾਡੇ ਬੰਦਿਆਂ ਤੋਂ ਪੁੱਛੋ, ਜਦੋਂ ਕਿਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਰਾਦਰ ਦੀ ਕੋਈ ਖਬਰ ਆਉਂਦੀ ਆ, ਉਹ ਬੀਤਦੀ ਕੀ ਆ ਉਹਨਾਂ ਤੇ, ਤੁਸੀਂ ਇਹ ਪੁੱਛ ਕੇ ਤਾਂ ਦੇਖੋ। ਫਿਰ ਤੁਸੀਂ ਆਪ ਇਹਦਾ ਜਵਾਬ ਤੁਹਾਨੂੰ ਆਪਦੇ ਆਪ ਤੋਂ ਹੀ ਮਿਲ ਜੂਗਾ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਆਜ਼ਮਤ, ਉਹਨਾਂ ਦੀ ਸ਼ਾਨੋ ਸ਼ੌਕਤ ਤੇ ਕਿਸੇ ਤਰ੍ਹਾਂ ਦਾ ਕੋਈ ਵੀ ਸਵਾਲ ਉੱਠੂਗਾ ਤਾਂ ਮੈਨੂੰ ਲੱਗਦਾ ਉਹ ਇੱਕ ਮਨੁੱਖਤਾ ਦੀ ਗੱਲ ਆ। ਤਾਂ ਉੱਥੇ ਤਾਂ ਸਾਰੀ ਮਨੁੱਖਤਾ ਨੂੰ ਖੜੇ ਹੋ ਜਾਣਾ ਚਾਹੀਦਾ ਭਾਈ। ਨਹੀਂ, ਇਹ ਰਾਜਨੀਤਿਕ ਤਾਂ ਹੋ ਹੀ ਨਹੀਂ ਸਕਦਾ ਨਾ। ਇਹਦੇ ਤੇ ਰਾਜਨੀਤੀ ਕਿਵੇਂ ਕਰਾਂਗੇ ਅਸੀਂ? ਹਾਂ ਬਾਈ ਜੀ, ਫਿਰ ਜਿਹੜੇ ਕਰ ਗਏ ਉਹਨਾਂ ਨੇ ਬਹੁਤ ਵੱਡੀ ਗਲਤੀ ਕੀਤੀ ਆ। ਉਹ ਗੱਲਾਂ ਵੀ ਲੋਕ ਇੱਥੇ ਹੀ ਸੰਗਤ ਉਹਦਾ ਨਿਤਾਰਾ ਕਰ ਦੂਗੀ, ਪਰ ਇਸ ਗੱਲ ਤੇ ਕੋਈ ਰਾਜਨੀਤੀ ਨਹੀਂ ਆ। ਇਹ ਤਾਂ ਸਾਡੇ ਇਸ਼ਟ ਦੀ ਗੱਲ ਆ ਤੇ ਸਾਡੇ ਇਸ਼ਟ ਤੇ ਜਦੋਂ ਕੋਈ ਸਵਾਲ ਜਾਂ ਨਰਾਦਰ ਕਰਨਗੇ ਤੇ ਉਸ ਤੋਂ ਬਾਅਦ ਇਨਸਾਫ ਨਹੀਂ ਮਿਲਣਗੇ, ਦੋਸ਼ੀਆਂ ਨੂੰ ਸਜ਼ਾ ਨਹੀਂ ਹੋਊਗੀ। ਜਦੋਂ ਤੱਕ ਉਹਨਾਂ ਨੂੰ ਸਜ਼ਾ ਨਹੀਂ ਹੋਊਗੀ, ਇਸ ਗੱਲ ਦੀ ਤੁਸੀਂ ਵੇਖੋ ਆਪਾਂ ਜੁੜਦੇ ਹੀ ਰਹਾਂਗੇ, ਆਵਾਜ਼ ਵੀ ਬੁਲੰਦ ਕਰਦੇ ਰਹਾਂਗੇ ਤੇ ਇਹ ਗੱਲ ਲਗਾਤਾਰ ਸਾਹਮਣੇ ਲਿਆਉਂਦੇ ਰਹਾਂਗੇ ਵੀ ਅਸੀਂ ਹੁਣ ਇਹ ਗੱਲ ਬਰਦਾਸ਼ਤ ਨਹੀਂ ਕਰ ਸਕਦੇ। ਨਹੀਂ ਜੀ, ਪ੍ਰੋਗਰਾਮ ਤਾਂ ਸਾਰੇ ਆਪਾਂ ਤਾਂ ਪਹਿਲਾਂ ਹੀ ਕਹਿੰਦੇ ਆ ਵੀ ਸਾਰਿਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ। ਜੋ ਸਾਡੇ ਮਸਲੇ ਆ, ਉਹਨਾਂ ਮਸਲਿਆਂ ਤੇ ਮਿਲ ਕੇ ਸਿਰ ਜੋੜ ਕੇ ਬੈਠੀਏ ਤੇ ਇੱਕ ਇਕੱਠੀ ਆਵਾਜ਼ ਬੁਲੰਦ ਕਰੀਏ, ਬਹੁਤ ਜ਼ਰੂਰੀ ਆ ਸਾਡੇ ਲਈ। ਹਾਂਜੀ, ਬਿਲਕੁਲ ਜੀ, ਗੁਰੂ ਗ੍ਰੰਥ ਸਾਹਿਬ ਦਾ ਸਾਥ ਤਾਂ ਸਾਰਿਆਂ ਦਾ ਹੀ ਹੋਊਗਾ ਨਾ ਆਪਣਾ। ਤੁਸੀਂ ਇਹ ਵੇਖੋ, ਸੋ ਜਦੋਂ ਕਿਤੇ ਸਾਡੇ ਤੇ ਇਹ ਜਿਹੜੀ ਗੱਲ ਆ ਨਾ, ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜੇ ਆਪਾਂ ਸਮਝੀਏ, ਉਹ ਤਾਂ ਬ੍ਰਹਮੰਡ ਦੀ ਗੱਲ ਕਰਦੇ ਆ। ਜਿਹੜੇ ਨੇ ਇਨਸਾਨ ਨੇ ਇਹ ਫਲਸਫਾ ਸਮਝਿਆ, ਉਹ ਹਰ ਇਨਸਾਨ ਕਹੂਗਾ ਵੀ ਮੈਂ ਵੀ ਜਾ ਕੇ ਇਸ ਮਸਲੇ ਤੇ ਸਾਥ ਦੇਣਾ ਤੇ ਆਪਦੀ ਆਵਾਜ਼ ਬੁਲੰਦ ਕਰਨੀ ਆ। ਸੋ ਗੱਲ ਬਾਹਲੀ ਵੱਡੀ ਆ। ਜੇ ਅਸੀਂ ਆਪਦੇ ਇਸ਼ਟ ਦਾ ਵੀ ਹੁਣ ਅਸੀਂ ਰਾਖੀ ਨਹੀਂ ਕਰ ਸਕਦੇ ਜਾਂ ਆਪਦੇ ਇਸ਼ਟ ਲਈ ਅਸੀਂ ਆਪਦੀ ਆਵਾਜ਼ ਨਹੀਂ ਬੁਲੰਦ ਕਰ ਸਕਦੇ
ਹੈ ਨਾ, ਫਿਰ ਤਾਂ ਮੈਨੂੰ ਲੱਗਦਾ ਸਾਨੂੰ ਆਪਦੇ ਆਪ ਤੇ ਸਵਾਲ ਚੱਕਣੇ ਪੈਣੇ ਆ। ਸੋ ਇਸ ਕਰਕੇ ਜਿੱਥੇ ਕਿਤੇ ਜਿਵੇਂ ਬਾਈ ਨੇ ਕਿਹਾ, ਜਿੱਥੇ ਕਿਤੇ ਕੋਈ ਸਮਾਗਮ ਹੋਣ, ਸਾਰੇ ਜਿਹੜੇ ਮੋਢੀ ਬੰਦੇ ਆ ਉਹਨਾਂ ਨੂੰ ਸਿਰ ਜੋੜ ਕੇ ਬੈਠਣਾ ਵੀ ਚਾਹੀਦਾ ਤੇ ਇੱਕ ਇਕੱਠੀ ਕਾਲ ਵੀ ਦੇਣੀ ਚਾਹੀਦੀ ਹੈ ਜੀ। ਪਾਰਟੀਆਂ ਵਾਕਈ ਗੱਲ ਕਰਨਗੀਆਂ, ਜਿਵੇਂ ਮੈਂ ਤੁਹਾਡੀ ਗੱਲ ਕਰਾਂ, ਤੁਸੀਂ ਪਿੱਛੇ ਦੇ ਬਿਆਨ ਦਿੱਤਾ ਸੀ ਕਿ ਕਾਂਗਰਸ ਨੂੰ ਯਕੀਨ ਨਹੀਂ ਹੈ, ਅਕਾਲੀ ਦਲ ਪੁਰਾਣਾ ਖੜਾ ਹੋ ਜਾਵੇ ਤਾਂ ਸ਼ਾਇਦ ਪੰਜਾਬ ਆ ਸਕਦਾ। ਤੁਹਾਨੂੰ ਲੱਗਦਾ ਵੀ ਕੋਈ ਅਕਾਲੀ ਦਲ ਦੇ ਨਾਲ ਕੋਈ ਹੋਰ ਸਿਆਸੀ ਪਾਰਟੀ? ਨਹੀਂ ਬਾਈ ਜੀ, ਮੈਂ ਦੇਖੋ ਗੱਲ ਕੀ ਕਹਿ ਰਿਹਾ ਸੀ, ਗੱਲ ਕਾਂਗਰਸ ਤੇ ਯਕੀਨ ਜਾਂ ਬੀਜੇਪੀ ਤੇ ਗੱਲ ਨਹੀਂ ਆ। ਉਹ ਨੈਸ਼ਨਲ ਪਾਰਟੀਆਂ, ਉਹਨਾਂ ਨੇ ਕਦੇ ਸਾਨੂੰ ਇਨਸਾਫ ਨਹੀਂ ਦਿੱਤਾ। ਤੁਸੀਂ ਆ ਘੱਲੂਘਾਰਾ ਹਫਤਾ ਸ਼ੁਰੂ ਹੋ ਗਿਆ, ਅਸੀਂ ਦੇਖਿਆ 84 ਚ ਕੀ ਕੁਛ ਵਾਪਰਿਆ, ਫਿਰ ਸਿੱਖ ਜੈਨੋਸਾਈਡ ਹੋਈ, ਸਾਨੂੰ ਕਦੇ ਇਨਸਾਫ ਨਹੀਂ ਦਿੱਤਾ, ਕਿਸੇ ਨੈਸ਼ਨਲ ਪਾਰਟੀ ਨੇ ਨਹੀਂ ਦਿੱਤਾ। ਉਹ ਤਾਂ ਕੂਣੀ ਤੇ ਗੁੜ ਲਾ ਦਿੰਦੇ ਆ। ਫਿਰ ਜੇ ਸਾਡੀ ਆਪਦੀ ਕੋਈ ਖੇਤਰੀ ਪਾਰਟੀ ਹੋਵੇ ਜੋ ਮੌਲਿਕ ਤੌਰ ਤੇ ਪੰਜਾਬ ਦੀ ਗੱਲ ਕਰੇ, ਉਹ ਜਿਹੜੀ ਮਰਜ਼ੀ ਪਾਰਟੀ ਹੋਵੇ, ਉਹਦੇ ਉੱਥੇ ਮੈਂ ਕੋਈ ਨਾਂ ਨਹੀਂ ਜੋੜਦਾ। ਔਰ ਜਦੋਂ ਅਕਾਲੀ ਦਲ ਦੀ ਆਪਾਂ ਗੱਲ ਕਰਦੇ ਹਾਂ, ਅਕਾਲੀ ਦਲ ਦੀ ਗੱਲ ਤੁਸੀਂ ਪੁਰਾਣੇ ਜਦੋਂ ਅਕਾਲੀ ਦਲ ਸ਼ੁਰੂ ਹੋਇਆ ਸੀ ਇੱਕ ਖੇਤਰੀ ਪਾਰਟੀ, ਉਸ ਵੇਲੇ ਦੀ ਰੈਫਰੈਂਸ ਲੈ ਕੇ ਜਾਓ। ਅਕਾਲੀ ਦਲ ਨੂੰ ਅੱਜ ਤੇ ਜੋ ਰੂਪ ਰੇਖਾ ਅਕਾਲੀ ਦਲ ਨਾਲ ਨਾ ਜੋੜੋ। ਉਹ ਤਾਂ ਅਕਾਲੀ ਦਲ ਸਭ ਕੁਝ ਹੈ ਹੀ ਨਹੀਂ, ਉਹ ਤਾਂ ਖੋ ਚੁੱਕਿਆ ਸਭ ਕੁਝ ਆਪਦਾ ਆਧਾਰ। ਸੋ ਇਸ ਕਰਕੇ ਸਾਨੂੰ ਜੇ ਕੋਈ ਖੇਤਰੀ ਪਾਰਟੀ ਆਪਦੀ ਹੋਊਗੀ ਜਿਹੜੇ ਪੰਜਾਬ ਦੇ ਲੋਕਾਂ ਦੀ, ਪੰਜਾਬ ਦੀ ਗੱਲ ਕਰੂਗੀ, ਐਟਲੀਸਟ ਸਾਨੂੰ ਇਨਸਾਫ ਦਿਵਾਊਗੀ, ਜਿਹੜੇ ਧੱਕੇ ਹੁੰਦੇ ਆ ਲੋਕਾਂ ਨਾਲ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਹੋਇਆ, ਇਸ ਗੱਲ ਤੇ ਵੀ ਸਾਡੇ ਨਾਲ ਖੜੂਗੀ। ਸਾਨੂੰ ਉਸ ਤਰ੍ਹਾਂ ਦੀ ਲੀਡਰਸ਼ਿਪ ਦੀ, ਉਸ ਤਰ੍ਹਾਂ ਦੀ ਪਾਰਟੀ ਦੀ ਬਹੁਤ ਵੱਡੀ ਜ਼ਰੂਰਤ ਆ। ਸਟੇਟਮੈਂਟ ਆਈ ਸੀ ਕਿ ਤੁਸੀਂ ਗਲਤ ਜਗ੍ਹਾ ਗਲਤ ਸਮੇਂ ਤੇ ਸੀ। ਨਹੀਂ ਜੀ ਭਾਈ, ਉਹ ਗੱਲ ਹਾਂਜੀ ਹਾਂਜੀ ਨਹੀਂ, ਇਹ ਤਾਂ ਵਕੀਲ ਜਿਹੜੇ ਆਪਣੇ ਆ, ਜਦੋਂ ਉਹ ਕੋਰਟ 'ਚ ਖੜੇ ਹੁੰਦੇ ਆ ਨਾ, ਸੋ ਕੋਰਟ 'ਚ ਇੱਕ ਡਿਸਕੋਰਸ ਚੱਲ ਰਿਹਾ ਹੁੰਦਾ ਆਰਗੂਮੈਂਟਸ ਦਾ। ਇੱਕ ਪਾਸੇ ਜਿਹੜਾ ਪ੍ਰੋਸੀਕਿਊਸ਼ਨ ਆ ਉਹ ਕਹਿ ਰਹੀ ਹੁੰਦੀ ਆ, ਦੇਖੋ ਜੀ ਇਹ ਤਾਂ ਸਾਰੀ ਕੀਤਾ ਕਰਾਇਆ ਹੀ ਇਹਦਾ, ਲੋਕ ਇਹੀ ਲੈ ਗਿਆ ਸੀ ਉੱਥੇ। ਦੂਜੇ ਪਾਸੇ ਡਿਫੈਂਸ ਆ ਜਿਹੜਾ ਸਾਡਾ ਵਕੀਲ ਸੀ, ਉਹਨੇ ਇਹ ਗੱਲ ਕਰਨੀ ਹੁੰਦੀ ਆ ਵੀ ਇਹ ਤਾਂ ਆਪ 2 ਵਜੇ ਗਿਆ ਜੀ। ਜੇ ਤੁਸੀਂ ਕਹਿੰਦੇ ਹੋ ਵੀ ਉਹ ਸਭ ਕੁਝ ਗਲਤ ਹੋਇਆ, ਤਾਂ ਜਿਹੜਾ ਬੰਦਾ ਉੱਥੇ ਹਜ਼ਾਰਾਂ ਲੱਖਾਂ ਬੰਦੇ ਜਾਣ ਤੋਂ ਬਾਅਦ ਗਿਆ, ਉਹ ਗਲਤ ਸਮੇਂ ਜਾਂ ਗਲਤ ਜਗ੍ਹਾ ਤੇ ਹੋ ਸਕਦਾ ਤੁਹਾਡੇ ਹਿਸਾਬ ਨਾਲ। ਪਰ ਇਹ ਗੱਲ ਇਹ ਹੋਈ ਵੀ ਇਹਨੇ ਮਾਰੀ ਤਾਂ ਚਪੇੜ ਆ, ਇਹਨੂੰ ਸਜ਼ਾ ਤੁਸੀਂ ਮਰਡਰ ਦੀ ਦੇ ਰਹੇ ਹੋ। ਚਪੇੜ ਮਾਰੀ ਆ ਤਾਂ ਚਪੇੜ ਮਾਰਨ ਖਾਤਰ ਹੀ ਇਹਨੂੰ ਟਰਾਈ ਕਰੋ ਜਾਂ ਟਰਾਇਲ ਹੋਣਾ ਚਾਹੀਦਾ, ਇਹਨੂੰ ਮਰਡਰ ਦੀ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ। ਸੋ ਉਹ ਪੂਰਾ ਟੋਟੈਲਿਟੀ 'ਚ ਨਹੀਂ ਦੇਖੀ ਗਈ ਸਟੇਟਮੈਂਟ, ਉਹ ਵਿੱਚੋਂ ਇੱਕ ਗੱਲ ਕੱਢ ਕੇ ਤੇ ਉਸ ਗੱਲ ਤੇ ਵਿਵਾਦ ਸ਼ੁਰੂ ਕਰ ਦਿੱਤਾ ਜਾਂਦਾ। ਇਹ ਬੜੀ ਵੱਡੀ ਤਰਾਸਦੀ ਆ। ਜਦੋਂ ਅਸੀਂ ਟੋਟੈਲਿਟੀ 'ਚ ਸਟੇਟਮੈਂਟ ਨੂੰ ਦੇਖਦੇ ਆਂ ਜਾਂ ਗੱਲਾਂ ਨੂੰ ਸਮਝਣ ਦਾ ਯਤਨ ਕਰਦੇ ਆਂ, ਫਿਰ ਸਾਨੂੰ ਪਤਾ ਲੱਗਦਾ ਵੀ ਸੱਚ ਕੀ ਆ, ਉਹਦੇ ਲੇਅਰਸ ਕਿੰਨੇ ਆ। ਪਰ ਜਦੋਂ ਅਸੀਂ ਇੱਕ ਵਿੱਚੋਂ ਹਿਸਾਬ ਨਾਲ ਆਪਦੇ ਸਟੇਟਮੈਂਟ ਦੇ ਇੱਕ ਕੋਈ ਬਿਆਨ ਕੱਢ ਲਿਆ ਤੇ ਉਹਦੇ ਤੇ ਗੱਲ ਸ਼ੁਰੂ ਕਰਤੀ, ਫਿਰ ਤਾਂ ਕਦੇ ਨਿਆਂ ਦੇ ਹੀ ਨਹੀਂ ਪਾਵਾਂਗੇ ਕਿਸੇ ਗੱਲ ਨੂੰ ਆਪਾਂ। ਅਰਦਾਸ ਚ ਸ਼ਾਮਲ ਹੋਣਾ, ਰਣਜੀਤ ਸਿੰਘ ਅਰਦਾਸ ਹੋ ਰਹੀ ਆ, ਕਿਹਾ ਸੀ ਕਿ ਉਹ ਗਲਤ ਤਰੀਕੇ ਨਾਲ ਪ੍ਰਚਾਰ ਕਰਦੇ ਨੇ ਜਾਂ ਫਿਰ ਵਿਗਿਆਨਕ ਤੌਰ ਦੇ ਨਾਲ ਕਰਦੇ ਆ, ਜਿਹੜਾ ਕਿ ਲੱਗਦਾ ਹੈ ਕਿ ਲੋਕਾਂ ਤੱਕ ਠੀਕ ਗੱਲ ਕਨਵੇ ਨਹੀਂ ਕਰ ਪਾਉਂਦੇ। ਪਰ ਉਹ ਕਹਿੰਦੇ ਕਿ ਦੀਪ ਸਿੱਧੂ ਵਰਗੇ ਉਹ ਲੋਕ ਨੇ ਜਿਹੜੇ ਤੁਹਾਡੇ ਮਨਾਂ ਦੇ ਵਿੱਚ ਈਰਖਾ ਭਰਦੇ ਆ। ਉਹ ਤੁਹਾਨੂੰ ਤੁਸੀਂ ਬਿਆਨ ਸੁਣਿਆ ਹੋਊਗਾ? ਨਹੀਂ ਸੁਣਿਆ ਨਹੀਂ ਜੀ, ਨਹੀਂ ਸੁਣਿਆ ਨਹੀਂ ਜੀ। ਹਾਂਜੀ, ਕਿ ਦੀਪ ਸਿੱਧੂ ਵਰਗੇ ਇਹ ਲੋਕ ਸਿਰਫ ਅੱਗ ਲਾ ਸਕਦੇ ਆ, ਇਹ ਨਾ ਪੰਥ ਨੂੰ ਕਦੇ ਜੋੜਨ ਆਏ ਸੀ ਤੇ ਨਾ ਜੋੜ ਸਕਦੇ। ਠੀਕ ਹੈ ਬਾਈ, ਮੈਂ ਤਾਂ ਉਹਨਾਂ ਨੂੰ ਹਮੇਸ਼ਾ ਇਹੀ ਬੇਨਤੀ ਕਰਦਾ ਰਿਹਾ ਵੀ ਜੋ ਕੋਈ ਵਿਵਾਦ ਆ, ਉਹ ਪਹਿਲਾਂ ਅਕਾਲ ਤਖਤ ਸਾਹਿਬ ਤੇ ਉਹਨਾਂ ਨੂੰ ਜਦੋਂ ਵੀ ਕਿਤੇ ਨਿਯੋਤਾ ਆਇਆ ਜਾਂ ਜਥੇਦਾਰ ਸਾਹਿਬ ਦੇ ਨਾਲ ਬੈਠਣ ਦੀ ਗੱਲ ਆਈ ਆ, ਉਹ ਪੰਥ ਦੇ ਜਿਹੜੇ ਬੰਦੇ ਆ ਜਾਂ ਸਿੱਖ ਸ਼ਖਸੀਅਤਾਂ, ਮੈਂ ਤਾਂ ਉੱਡਾ ਲਾਇਕ ਬੰਦਾ ਹੈ ਹੀ ਨਹੀਂ, ਹੈ ਨਾ। ਜਿਹੜੀਆਂ ਸ਼ਖਸੀਅਤਾਂ, ਜਿਹੜੇ ਸਾਡੇ ਸਿੱਖ ਚਿੰਤ ਲੋਕ ਆ ਜਾਂ ਸਾਡੇ ਸਿੰਘ ਸਾਹਿਬਾਨ ਆ, ਉਹਨਾਂ ਦੇ ਨਾਲ ਜਾ ਕੇ ਬਹਿ ਕੇ ਗੱਲਾਂ ਨੂੰ ਆਪਦੀਆਂ ਨੂੰ ਸੁਲਝਾਉਣ। ਇਹ ਪਹਿਲਾਂ ਵੀ ਮੈਂ ਬੇਨਤੀ ਕਰਦਾ ਰਿਹਾ। ਦੂਜੀ ਗੱਲ, ਸਾਡੇ ਸਿੱਖ ਪ੍ਰਚਾਰਕ ਆ ਭਾਈ ਰਣਜੀਤ ਸਿੰਘ, ਹੈ ਨਾ, ਉਹਨਾਂ ਨੇ ਜਿਸ ਤਰ੍ਹਾਂ ਦਾ ਗਿਆਨ ਨੂੰ ਲੈ ਕੇ ਤੇ ਗੁਰੂ ਨੂੰ ਲੈ ਕੇ ਤੇ ਸਿਰਫ ਇਹ ਕਹਿ ਲਓ ਵੀ ਗ੍ਰੰਥ ਨੂੰ ਇੱਕ ਜ਼ਰੀਏ ਦੇ ਤੌਰ ਤੇ ਬਿਆਨ ਦਿੱਤਾ, ਉਹਨੇ ਕਦੇ ਦਿਲ ਦੁਖਾ ਸਕਦੀ ਆ ਉਹ ਗੱਲ। ਉਹ ਤੇ ਬਹੁਤ ਸਾਡੇ ਲੋਕਾਂ ਦੇ ਦਿਲ ਦੁਖਾਏ ਆ। ਸੋ ਮੇਰਾ ਬਿਆਨ ਸਿਰਫ ਉਸੇ ਨੂੰ ਲੈ ਕੇ ਸੀ ਵੀ ਜੇ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅੱਜ ਜ਼ਰੀਏ ਦੇ ਤੌਰ ਤੇ ਹੀ ਪੇਸ਼ ਕਰਨ ਲੱਗ ਗਏ ਤਾਂ ਅਸੀਂ ਆਪ ਹੀ ਮਾਤ ਖਾ ਜਾਾਂਗੇ। ਤੇ ਸਾਡੇ ਜਿਹੜੇ ਸਿੱਖ ਪ੍ਰਚਾਰਕ ਆ, ਜਿਨ੍ਹਾਂ ਨੂੰ ਅਸੀਂ ਸੁਣਦੇ ਹਾਂ, ਜੇ ਉਹੀ ਇਹ ਗੱਲ ਕਹਿਣ ਲੱਗ ਗਏ ਤਾਂ ਫਿਰ ਗੱਲ ਕਿਤੇ ਨਾ ਕਿਤੇ ਬੜੀ ਸੀਰੀਅਸ ਆ। ਤੇ ਇਸ ਗੱਲ ਨੂੰ ਸਾਨੂੰ ਸਮਝਣਾ ਚਾਹੀਦਾ। ਤੇ ਮੇਰਾ ਉਸ ਕੌਨਟੈਕਸਟ 'ਚ ਬਿਆਨ ਸੀ। ਮੇਰੀ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ ਉਹਨਾਂ ਨਾਲ, ਜਾਂ ਮੈਂ ਕਿਸੇ ਤਰ੍ਹਾਂ ਉਹਨਾਂ ਦਾ ਨਰਾਦਰ ਨਹੀਂ ਕਰਦਾ,
ਨਿੱਜੀ ਤੌਰ ਤੇ ਮੇਰਾ ਕੋਈ ਉਹਨਾਂ ਨਾਲ ਕੋਈ ਵੈਰ ਵਿਰੋਧ ਨਹੀਂ ਆ, ਹਨਾ। ਇੱਕ ਸਿਧਾਂਤਕ ਗੱਲ ਸੀ ਜਿਹੜੀ ਮੈਂ ਅੱਗੇ ਰੱਖੀ। ਸੋ ਇਸ ਗੱਲ ਤੇ ਕਿਸੇ ਨੂੰ ਵੰਡਣਾ ਜਾਂ ਆਪਾਂ ਈਰਖਾ ਕੋਈ ਨਹੀਂ ਬਾਈ ਜੀ। ਉਹ ਹੁਣ ਉਹਨਾਂ ਨਾਲ ਮੈਂ ਬਹਿਸ ਤਾਂ ਸਕਦਾ ਨਹੀਂ, ਉਹਨਾਂ ਨੂੰ ਮੇਰੇ ਤੋਂ ਜ਼ਿਆਦਾ ਪਤਾ ਬਾਈ ਜੀ। ਉਹਨਾਂ ਨੂੰ ਸਾਡੇ ਆਪਣੇ ਸਿੱਖ ਧਰਮ ਬਾਰੇ, ਪੰਥ ਬਾਰੇ ਜ਼ਿਆਦਾ ਪਤਾ ਹੋਣਾ ਚਾਹੀਦਾ। ਇੱਕ ਸਿੱਖ ਪ੍ਰਚਾਰਕ ਆ ਉਹ। ਹਾਂਜੀ, ਇੱਕ ਪਾਸੇ ਉਹ ਬੱਬੂ ਮਾਨ ਦੇ ਕੁਝ ਸ਼ਬਦਾਂ ਦਾ ਨਹੀਂ ਬਾਈ, ਇਹ ਗੱਲਾਂ ਕਲੀਅਰ ਹੋ ਚੁੱਕੀ ਬਾਈ ਜੀ। ਨਹੀਂ, ਇਹ ਗੱਲਾਂ ਕਲੀਅਰ ਹੋ ਚੁੱਕੀਆਂ। ਸਿਰਫ ਇੱਕ ਸਿਧਾਂਤਕ ਮਸਲੇ ਆ, ਆਪਣੇ ਨਿੱਜੀ ਕਿਸੇ ਨਾਲ ਵੈਰ ਵਿਰੋਧ ਹੈਗੇ। ਮੈਂ ਬੱਬੂ ਮਾਨ ਦੀ ਵੀ ਇੱਜ਼ਤ ਬਹੁਤ ਕਰਦਾ, ਤੇ ਇਹ ਤਾਂ ਸਿਧਾਂਤਕ ਗੱਲ ਆ। ਕਿਸ ਮਸਲੇ ਤੇ ਆਪਾਂ ਗੱਲ ਕਰਾਂਗੇ? ਆਪਾਂ ਪੰਜਾਬ ਦੇ ਤੇ ਆਪਦੇ ਕੌਮ ਦੇ ਮਸਲੇ ਤੇ ਜਾਂ ਪੰਜਾਬ ਦੇ ਲੋਕਾਂ ਦੀ ਹਕੂਕ ਦੀ ਗੱਲ ਕਰਾਂਗੇ। ਹੋਰ ਕੋਈ ਆਪਣੀ ਗੱਲ ਨਹੀਂ ਆ ਬਾਈ। ਥੈਂਕ ਯੂ। ਤਾਂ ਬਿਲਕੁਲ ਤਾਂ ਦੀਪ ਸਿੱਧੂ ਇੱਥੇ